ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ, ਅੱਜ ਦੀ ਵੀਡੀਓ ਵਿੱਚ ਜਮਾਤ 12ਵੀਂ ਦਾ ਪੰਜਾਬੀ ਲਾਜ਼ਮੀ ਬਾਇਓ ਮੰਥਲੀ ਜਿਹੜਾ ਸੈਂਪਲ ਪੇਪਰ ਲੈ ਕੇ ਆ ਚੁੱਕੇ ਹਾਂ ਵਿਦ ਸੋਲਿਊਸ਼ਨ ਅੱਗੇ ਵੀਡੀਓ ਵਿੱਚ ਦੱਸਾਂਗੇ। ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ। ਤੇ ਜੇਕਰ ਤੁਸੀਂ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ 올 'ਤੇ ਪ੍ਰੈਸ ਜ਼ਰੂਰ ਕਰ ਲੈਣਾ। ਤਾਂ ਚਲੋ ਕਰਦੇ ਹਾਂ ਵੀਡੀਓ ਨੂੰ ਸ਼ੁਰੂ। ਤਾਂ ਸਾਰਿਆਂ ਤੋਂ ਪਹਿਲਾ ਪ੍ਰਸ਼ਨ ਆਪਣਾ ਹੈਗਾ ਸੁੰਦਰ ਲਿਖਾਈ ਦਾ, ਜਿਹੜਾ ਕਿ ਆਪਣਾ 2 ਅੰਕਾਂ ਦੇ ਸੁੰਦਰ ਲਿਖਾਈ ਦੇ ਮਿਲਣਗੇ। ਉਸ ਤੋਂ ਬਾਅਦ ਆ ਜਾਂਦੇ ਨੇ ਆਪਣੇ ਵਸਤੂਨਿਸ਼ਟ ਪ੍ਰਸ਼ਨ। ਸਾਰਿਆਂ ਤੋਂ ਪਹਿਲਾ ਹੈਗਾ ਪੰਜਾਬੀ ਸੱਭਿਆਚਾਰ ਪਾਠ ਦਾ ਲੇਖਕ ਕੌਣ ਹੈ? ਇਸ ਦਾ ਆਨਸਰ ਹੈਗਾ ਆਪਣਾ ਡਾਕਟਰ ਬਰਿੰਦਰ ਕੌਰ। ਦੂਜਾ ਹੈਗਾ ਨੀਲੀ ਕਹਾਣੀ ਦੇ ਕਹਾਣੀਕਾਰ ਦਾ ਨਾਂ ਕੀ ਹੈ? ਇਸ ਦਾ ਜਿਹੜਾ ਆਨਸਰ ਹੈਗਾ ਕਰਤਾਰ ਸਿੰਘ ਦੁੱਗਲ। ਥਰਡ ਹੈਗਾ ਆਪਣਾ ਭਾਰਤ ਪਾਕਿਸਤਾਨ ਦੀ ਵੰਡ ਡੈਸ਼ ਵਿੱਚ ਹੋਈ? ਇਸ ਦਾ ਆਨਸਰ ਹੈਗਾ 1947 ਵਿੱਚ। ਚੌਥਾ ਹੈਗਾ ਆਪਣਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਪੁਰਾਣੇ ਸਮਿਆਂ ਵਿੱਚ ਲੋਕ ਸੁੱਚਾ ਅਤੇ ਸੁਥਰਾ ਵਪਾਰ ਕਰਦੇ ਸਨ। ਇਸ ਦਾ ਹੈਗਾ ਸਹੀ। ਉਸ ਤੋਂ ਅੱਗੇ ਹੈਗਾ ਪੰਜਵਾਂ ਆਪਣਾ ਪ੍ਰੋਫੈਸਰ ਨੂੰ ਸਾਈਕਲ ਚਲਾਉਂਦਿਆਂ ਆਪਣੇ ਬਚਪਨ ਵਿੱਚ ਪੜ੍ਹੀ ਕਵਿਤਾ ਦਾ ਚੇਤਾ ਆ? ਇਸ ਦਾ ਵੀ ਜਿਹੜਾ ਆਪਣਾ ਹੈਗਾ ਸਹੀ। ਉਸ ਤੋਂ ਅੱਗੇ ਪ੍ਰਸ਼ਨ 3 ਆਉਂਦਾ ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਕੋਈ 2 ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨ ਦਿੱਤੇ ਹੋਏ ਨੇ 4 ਆਪਾਂ ਨੂੰ। ਸੱਭਿਆਚਾਰ ਅਤੇ ਉਪ ਸੱਭਿਆਚਾਰ ਵਿੱਚ ਕੀ ਅੰਤਰ ਹੈ? ਪੰਜਾਬ ਦੇ ਮੁੱਖ ਮੌਸਮੀ ਮੇਲੇ ਕਿਹੜੇ-ਕਿਹੜੇ ਹਨ? ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਬਾਰੇ ਸੰਖੇਪ ਨੋਟ ਲਿਖੋ। ਤੀਜਾ ਹੈਗਾ ਪ੍ਰੋਫੈਸਰ ਲਾਲ ਚੀਰੇਵਾਲੇ ਨੌਜਵਾਨ ਬਾਰੇ ਕੀ ਸੋਚਦਾ ਹੈ? ਚੌਥਾ ਹੈਗਾ ਵੱਛੀ ਦੇ ਮਰਨ 'ਤੇ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ? ਤਾਂ ਆਪਾਂ ਦੱਸਦਾ ਤੁਹਾਨੂੰ ਇਹਨਾਂ ਦੇ ਆਨਸਰ। ਤਾਂ ਆਪਣਾ ਪਹਿਲਾ ਪ੍ਰਸ਼ਨ ਹੈਗਾ ਸੀਗਾ ਸੱਭਿਆਚਾਰ ਅਤੇ ਉਪ ਸੱਭਿਆਚਾਰ ਵਿੱਚ ਕੀ ਫਰਕ ਹੁੰਦਾ ਹੈ? ਆਨਸਰ ਹੈਗਾ ਸੱਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ ਸਮੂਹ ਜਾਂ ਭੂਗੋਲਿਕ ਖੇਤਰ ਨਾਲ ਹੁੰਦਾ ਹੈ, ਪਰੰਤੂ ਉਸ ਵਿੱਚ ਮੌਜੂਦ ਵੱਖ-ਵੱਖ ਭੂਗੋਲਿਕ, ਜਾਤੀਗਤ, ਨਸਲੀ ਜਾਂ ਭਾਸ਼ਾਈ ਇਕਾਈਆਂ ਕਰਕੇ ਵੱਖਰਤਾ ਵੀ ਮੌਜੂਦ ਹੁੰਦੀ ਹੈ, ਜਿਸ ਨੂੰ ਉਪ ਸੱਭਿਆਚਾਰ ਮੰਨਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਭਾਰਤੀ ਸੱਭਿਆਚਾਰ ਨੂੰ ਦੇਖਿਆ ਜਾਵੇ ਤਾਂ ਪੰਜਾਬੀ, ਮਰਾਠੀ, ਬੰਗਾਲੀ ਅਤੇ ਮਰਾਠੀ ਆਦਿ ਇੱਥੋਂ ਦੇ ਉਪ ਸੱਭਿਆਚਾਰ ਹਨ, ਪਰੰਤੂ ਇਹ ਆਪਣੇ ਭੂਗੋਲਿਕ ਖੇਤਰਾਂ ਵਿੱਚ ਮੂਲ ਸੱਭਿਆਚਾਰ ਹਨ। ਇਸ ਪ੍ਰਕਾਰ ਜਿੱਥੇ ਪੰਜਾਬ ਦਾ ਆਪਣਾ ਪੰਜਾਬ ਸੱਭਿਆਚਾਰ ਹੈ, ਉੱਥੇ ਮਾਝੀ, ਦੁਆਬੀ, ਮਲਵਈ, ਪੋਠੋਹਾਰੀ ਅਤੇ ਪੁਆਧੀ ਇਸ ਦੇ ਉਪ ਸੱਭਿਆਚਾਰ ਹਨ। ਇਸੇ ਤਰ੍ਹਾਂ ਇਹਨਾਂ ਦੇ ਅੰਤਰਗਤ ਵੀ ਵੱਖ-ਵੱਖ ਜਾਤਾਂ, ਕਿੱਤਿਆਂ, ਧਰਮਾਂ ਦੇ ਉਪ ਸੱਭਿਆਚਾਰ ਮੌਜੂਦ ਹਨ। ਅਗਲਾ ਆਪਣਾ ਪ੍ਰਸ਼ਨ ਹੈਗਾ ਪੰਜਾਬ ਦੇ ਮੁੱਖ ਮੌਸਮੀ ਮੇਲੇ ਕਿਹੜੇ ਹਨ? ਇਹਨਾਂ ਵਿੱਚੋਂ ਇੱਕ ਮੇਲੇ 'ਤੇ ਸੰਖੇਪ ਨੋਟ ਲਿਖੋ। ਬਸੰਤ ਪੰਚਮੀ, ਹੋਲੀ, ਹੋਲਾ ਮਹੱਲਾ, ਵਿਸਾਖੀ ਅਤੇ ਤੀਆਂ ਆਦਿ ਪੰਜਾਬ ਦੇ ਮੁੱਖ ਮੌਸਮੀ ਮੇਲੇ ਹਨ। ਇਹਨਾਂ ਵਿੱਚੋਂ ਬਸੰਤ ਪੰਚਮੀ ਦਾ ਮੇਲਾ ਬਸੰਤ ਰੁੱਤ ਦੇ ਆਰੰਭ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਥਾਂ-ਥਾਂ 'ਤੇ ਨਿੱਕੇ ਵੱਡੇ ਮੇਲੇ ਲੱਗਦੇ ਹਨ। ਇਹਨਾਂ ਦਿਨਾਂ ਵਿੱਚ ਲੋਕ ਬਸੰਤੀ ਕੱਪੜੇ ਪਾਉਂਦੇ ਅਤੇ ਬਸੰਤੀ ਹਲਵਾ ਬਣਾਉਂਦੇ ਹਨ। ਪਟਿਆਲਾ ਅਤੇ ਛੇਹਰਟੇ ਦੇ ਬਸੰਤ ਪੰਚਮੀ ਦੇ ਮੇਲੇ ਬਹੁਤ ਪ੍ਰਸਿੱਧ ਹਨ। ਵੰਡ ਤੋਂ ਪਹਿਲਾਂ ਲਾਹੌਰ ਵਿੱਚ ਹਕੀਕਤ ਧਰਮੀ ਦੀ ਸਮਾਧ 'ਤੇ ਬੜਾ ਭਾਰੀ ਮੇਲਾ ਲੱਗਦਾ ਸੀ। ਉਸ ਤੋਂ ਅੱਗੇ ਪ੍ਰਸ਼ਨ ਹੈਗਾ ਆਪਣਾ ਪ੍ਰੋਫੈਸਰ ਲਾਲ ਚੀਰੇਵਾਲੇ ਸਾਈਕਲ ਸਵਾਰ ਬਾਰੇ ਕੀ ਸੋਚਦਾ ਹੈ? ਆਨਸਰ ਹੈਗਾ ਪ੍ਰੋਫੈਸਰ ਨੂੰ ਲਾਲ ਚੀਰੇਵਾਲਾ ਸਾਈਕਲ ਸਵਾਰ ਭਾਜੜ ਵਿੱਚ ਜਾਪਿਆ। ਉਸਨੇ ਦੇਖਿਆ ਸੀ ਕਿ ਉਸਨੇ ਬੁੱਢੀ ਨਾਲ ਗੱਲ ਜ਼ਰੂਰ ਕੀਤੀ ਸੀ, ਪਰ ਉਸਨੇ ਮਾਈ ਦੀ ਸਹਾਇਤਾ ਲਈ ਉਸਨੂੰ ਆਪਣੇ ਸਾਈਕਲ ਉੱਤੇ ਨਹੀਂ ਸੀ ਬਿਠਾਇਆ, ਜਿਸ ਕਰਕੇ ਉਹ ਉਸਨੂੰ ਪੱਥਰ ਦਿਲ ਇਨਸਾਨ ਜਾਪਿਆ। ਕਹਾਣੀ ਦੇ ਅੰਤ ਵਿੱਚ ਜਦੋਂ ਉਹ ਲੋੜਵੰਦ ਬੁੱਢੀ ਦੀ ਸਹਾਇਤਾ ਲਈ ਆ ਜਾਂਦਾ ਹੈ ਤਾਂ ਉਹ ਉਸਨੂੰ ਆਪਣੇ ਵਰਗਾ ਹੀ ਦੁਖੀਆਂ ਲਈ ਸੰਵੇਦਨਸ਼ੀਲ ਪ੍ਰਤੀਤ ਹੁੰਦਾ ਹੈ। ਉਸ ਤੋਂ ਅੱਗੇ ਆਪਣਾ ਹੈਗਾ ਸੀ ਵੱਛੀ ਮਰਨ 'ਤੇ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ? ਆਨਸਰ ਹੈਗਾ ਇਸ ਦਾ ਮੁੱਖ ਕਾਰਨ ਇਹ ਸੀ ਕਿ ਉਸ ਦੀ ਬੱਚੀ ਦੀ ਮੌਤ ਹੋ ਗਈ ਸੀ ਅਤੇ ਉਹ ਗਮ ਵਿੱਚ ਸੀ। ਦੂਸਰੇ, ਉਸ ਨੂੰ ਦੁੱਧ ਉਤਰਦਾ ਹੀ ਬੱਚੀ ਲਈ ਸੀ, ਪਰ ਜਦੋਂ ਉਹ ਨਹੀਂ ਸੀ ਰਹੀ ਤਾਂ ਉਸਨੇ ਦੁੱਧ ਕਰਨਾ ਵੀ ਕੀ ਸੀ? ਤਾਂ ਹਾਂਜੀ ਉਸ ਤੋਂ ਅਗਲਾ ਪ੍ਰਸ਼ਨ ਹੈਗਾ ਤੁਸੀਂ ਵੇਰਕਾ ਮਿਲਕ ਪਲਾਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਆਪਣੇ ਇਲਾਕੇ ਵਿੱਚ ਕਰਨਾ ਚਾਹੁੰਦੇ ਹੋ। ਇਸ ਬਾਰੇ ਵੇਰਕਾ ਦੇ ਵੱਖ-ਵੱਖ ਉਤਪਾਦਾਂ ਆਦਿ ਦੀ ਜਾਣਕਾਰੀ ਲੈਣ ਹਿੱਤ ਨੇੜਲੇ ਵੇਰਕਾ ਮਿਲਕ ਪਲਾਟ ਦੇ ਮੈਨੇਜਰ ਨੂੰ ਪੱਤਰ ਲਿਖੋ। ਤਾਂ ਇਸ ਪੱਤਰ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਤੁਸੀਂ ਆਪਣਾ ਐਡਰੈਸ ਜਿਹੜਾ ਐਂਟਰ ਕਰ ਦੇਣਾ। ਉਸ ਤੋਂ ਬਾਅਦ ਮੈਨੇਜਰ ਸਾਹਿਬ, ਵੇਰਕਾ ਮਿਲਕ ਪਲਾਟ ਜਲੰਧਰ, ਵਿਸ਼ਾ ਵੇਰਕਾ ਦੇ ਉਤਪਾਦ ਵੇਚਣ ਦਾ ਕਾਰੋਬਾਰ ਕਰਨ ਵਾਲੇ ਸ਼੍ਰੀਮਾਨ ਜੀ, ਉਪਰੋਕਤ ਵਿਸ਼ੇ ਦੇ ਸੰਬੰਧ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਮੇਰੀ ਵਿਦਿਅਕ ਯੋਗਤਾ B.Com ਹੈ। ਮੈਂ ਸਰਕਾਰੀ ਨੌਕਰੀਆਂ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਥਾਂ ਆਪਣਾ ਕਾਰੋਬਾਰ ਕਰਨ ਦੀ ਇੱਛਾ ਰੱਖਦਾ ਹਾਂ। ਮੈਂ ਦੇਖਦਾ ਹਾਂ ਕਿ ਸਾਡੇ ਆਲੇ ਦੁਆਲੇ ਦੁੱਧ ਅਤੇ ਦੁੱਧ ਤੋਂ ਬਣੇ ਘਟੀਆ ਉਤਪਾਦਾਂ ਦੀ ਭਰਮਾਰ ਕਾਰਨ
ਮਨੁੱਖੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਸ ਕਰਕੇ ਮੈਂ ਵੇਰਕਾ ਦੇ ਮਿਆਰੀ ਉਤਪਾਦਾਂ ਦੇ ਕਾਰੋਬਾਰ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ। ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਵੇਰਕਾ ਦੇ ਉਤਪਾਦਾਂ ਦਾ ਕਾਰੋਬਾਰ ਕਰਨ ਸੰਬੰਧੀ ਪੰਜਾਬ ਮਿਲਕ ਫੈਡ ਦੀਆਂ ਕੀ ਸ਼ਰਤਾਂ ਹਨ। ਇਹ ਵੀ ਦੱਸਿਆ ਜਾਵੇ ਕਿ ਵੇਰਕਾ ਦੇ ਵੱਖ-ਵੱਖ ਉਤਪਾਦ ਜਿਵੇਂ ਦੁੱਧ, ਦਹੀਂ, ਲੱਸੀ, ਮੱਖਣ, ਘਿਓ, ਪਾਊਡਰ, ਆਈਸਕ੍ਰੀਮ ਤੇ ਪਨੀਰ ਆਦਿ ਕਿਹੜੀਆਂ ਪੈਕਿੰਗ ਤੇ ਕੀਮਤਾਂ ਵਿੱਚ ਉਪਲਬਧ ਹੋਣਗੇ, ਭੁਗਤਾਨ ਕਿਸ ਤਰੀਕੇ ਨਾਲ ਕਰਨਾ ਹੋਵੇਗਾ ਤੇ ਢੋਆ ਢੁਆਈ ਦਾ ਕੀ ਪ੍ਰਬੰਧ ਹੋਵੇਗਾ। ਮੈਨੂੰ ਉਮੀਦ ਹੈ ਕਿ ਆਪ ਜੀ ਵਿਸਤਾਰ 'ਚ ਜਾਣਕਾਰੀ ਪ੍ਰਦਾਨ ਕਰਕੇ ਧੰਨਵਾਦ ਦਾ ਪਾਤਰ ਬਣਾਓਗੇ। ਧੰਨਵਾਦ ਸਹਿਤ ਆਪ ਜੀ ਦਾ ਹਿੱਤੂ ਦਲੀਪ ਸਿੰਘ। ਉਸ ਤੋਂ ਬਾਅਦ ਆਪਣਾ 5ਵਾਂ ਪ੍ਰਸ਼ਨ ਹੈਗਾ, ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਵੀ ਲਿਖੋ। ਪੈਰਾ ਆਪਾਂ ਨੂੰ ਦਿੱਤਾ ਗਿਆ, ਪੰਜਾਬੀ ਜਨ ਜੀਵਨ ਵੱਖ-ਵੱਖ ਰਸਮਾਂ ਰਿਵਾਜ਼ਾਂ ਨਾਲ ਉਤਪੋਤ ਹੈ। ਹਰੇਕ ਕਬੀਲੇ, ਜਾਤ ਅਤੇ ਧਰਮ ਦੇ ਲੋਕਾਂ ਦੇ ਆਪਣੇ ਰਿਵਾਜ਼ ਹਨ, ਜਿਹੜੇ ਥੋੜ੍ਹੇ ਬਹੁਤੇ ਫਰਕ ਨਾਲ ਲਗਭਗ ਹਰ ਥਾਂ 'ਤੇ ਨਿਭਾਏ ਜਾਂਦੇ ਹਨ। ਅੱਜ ਦੇ ਤਕਨਾਲੋਜੀ ਯੁੱਗ ਵਿੱਚ ਪਰਿਸਥਿਤੀਆਂ ਦੇ ਬਦਲਣ ਅਤੇ ਲੋਕਾਂ ਦੀ ਸੋਚ ਦ੍ਰਿਸ਼ਟੀ ਵਿੱਚ ਪਰਿਵਰਤਨ ਆਉਣ ਨਾਲ ਭਾਵੇਂ ਇਹਨਾਂ ਸਾਰੀਆਂ ਰਸਮਾਂ ਰਿਵਾਜ਼ਾਂ ਦੀ ਇੰਨੀ ਬਿੰਨ ਪਾਲਣਾ ਨਹੀਂ ਕੀਤੀ ਜਾਂਦੀ, ਪਰੰਤੂ ਫਿਰ ਵੀ ਅਸੀਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿੱਚ ਥੋੜ੍ਹੇ ਬਹੁਤ ਫਰਕ ਨਾਲ ਇਹ ਰਸਮ ਰਿਵਾਜ਼ ਅੱਜ ਵੀ ਨਿਭਾਏ ਜਾ ਰਹੇ ਹਨ ਅਤੇ ਨਿਭਾਏ ਜਾਂਦੇ ਰਹਿਣਗੇ। ਲੋੜ ਹੈ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਾਉਣ ਦੀ ਅਤੇ ਇਹਨਾਂ ਦੇ ਵਿਗਿਆਨਿਕ ਮਹੱਤਵ ਨੂੰ ਦ੍ਰਿੜ ਕਰਵਾਉਣ ਦੀ। ਸਮੁੱਚੇ ਤੌਰ 'ਤੇ ਇਹ ਸਾਰੇ ਰਸਮ ਰਿਵਾਜ਼ ਮਨੁੱਖ ਨੂੰ ਮਨੁੱਖ ਨਾਲ, ਰਿਸ਼ਤੇਦਾਰਾਂ ਨਾਲ ਅਤੇ ਭਾਈਚਾਰੇ ਨੂੰ ਭਾਈਚਾਰੇ ਨਾਲ ਜੋੜਦੇ ਹਨ। ਤਾਂ ਇਸ ਦਾ ਸਿਰਲੇਖ ਅੱਗੇ ਦੱਸਦੇ ਹਾਂ। ਇਸ ਦਾ ਸਿਰਲੇਖ ਹੈਗਾ, ਰਸਮਾਂ ਰਿਵਾਜ਼ਾਂ ਦੀ ਮਹੱਤਤਾ, ਸੰਖੇਪ ਰਚਨਾ। ਪੰਜਾਬੀ ਲੋਕ ਜੀਵਨ ਵਿੱਚ ਰਸਮਾਂ ਰਿਵਾਜ਼ਾਂ ਦੀ ਵਿਸ਼ੇਸ਼ ਮਹੱਤਤਾ ਹੈ, ਪਰ ਅਜੋਕੇ ਤਕਨੀਕੀ ਯੁੱਗ ਵਿੱਚ ਇਹਨਾਂ ਦੀ ਪਾਲਣਾ ਇੰਨ ਬਿੰਨ ਨਹੀਂ ਰਹੀ। ਫਿਰ ਵੀ ਆਉਣ ਵਾਲੀਆਂ ਨਸਲਾਂ ਨੂੰ ਇਹਨਾਂ ਦੇ ਵਿਗਿਆਨਿਕ ਮਹੱਤਵ ਤੋਂ ਜਾਣੂ ਕਰਾਉਣ ਦੀ ਲੋੜ ਹੈ, ਕਿਉਂਕਿ ਇਹ ਸਮੁੱਚੇ ਭਾਈਚਾਰੇ ਵਿੱਚ ਸਦਭਾਵਨਾ ਪੈਦਾ ਕਰਦੇ ਹਨ। ਉਸ ਤੋਂ ਅੱਗੇ ਆਪਣਾ ਪ੍ਰਸ਼ਨ 6 ਹੈਗਾ, ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦਕੋਸ਼ ਤਰਤੀਬ ਅਨੁਸਾਰ ਲਿਖੋ। ਇੱਥੇ ਦਿੱਤੇ ਗਏ ਨੇ ਆਪਾਂ ਨੂੰ ਸ਼ਬਦ ਕਸਰਤ, ਗਦਰ, ਪਵਨ, ਰਸਤਾ, ਕਰਮ ਤੇ ਅਦਰਕ। ਇਹ ਵੀ ਦੱਸਦੇ ਹਾਂ। ਉਸ ਤੋਂ ਅਗਲਾ ਕੁਐਸਚਨ ਹੈਗਾ ਪ੍ਰਸ਼ਨ 7ਵਾਂ, ਹੇਠ ਲਿਖੇ ਵਾਕਾਂ ਵਿੱਚੋਂ ਕਿਸੇ 3 ਵਾਕਾਂ ਦਾ ਬ੍ਰੈਕਟ ਵਿੱਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਵਾਕ ਵਟਾਂਦਰਾ ਕਰੋ। ਪਹਿਲਾ ਹੈਗਾ ਆਪਣਾ ਮਿਹਨਤ ਸਫਲ ਹੋਈ ਨਾਂਹਵਾਚਕ, ਦੂਜਾ ਹੈਗਾ ਤੁਸੀਂ ਆਪਣਾ ਨਾਂ ਦੱਸੋ ਪ੍ਰਸ਼ਨਵਾਚਕ, ਤੀਜਾ ਹੈਗਾ ਬਿਪਤਾ ਸਮੇਂ ਧੀਰਜ ਰੱਖੋ ਸਧਾਰਨ ਵਾਕ, ਚੌਥਾ ਹੈਗਾ ਉਹ ਨਸ਼ਿਆਂ ਵਿੱਚ ਪੈ ਕੇ ਕੰਗਾਲ ਹੋ ਗਿਆ ਸੰਯੁਕਤ ਵਾਕ, ਪੰਜਵਾਂ ਹੈਗਾ ਬਿਮਾਰ ਹੋਣ ਕਾਰਨ ਉਹ ਤੁਹਾਡੇ ਕੰਮ ਨਹੀਂ ਕਰ ਸਕਦਾ ਮਿਸ਼ਰਤ ਵਾਕ, ਛੇਵਾਂ ਹੈਗਾ ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੋਵਾਂ ਵਿਸਮੈ ਵਾਕ। ਤਾਂ ਉੱਥੇ ਆਪਾਂ ਨੂੰ 2 ਗਰੁੱਪ ਦਿੱਤੇ ਸੀ, ਦੋਨਾਂ ਨੂੰ ਤਰਤੀਬ ਦੇ ਵਿੱਚ ਲਗਾ ਕੇ ਜਿਹੜਾ ਲਿਖਿਆ ਹੋਇਆ। ਫਸਟ ਹੈਗਾ ਅਦਰਕ, ਕਸਰਤ, ਕਰਮ, ਗਦਰ, ਪਵਨ ਤੇ ਰਸਤਾ ਲਾਸਟ ਦੇ ਵਿੱਚ। ਸੈਕਿੰਡ ਦੇ ਵਿੱਚ ਜਿਹੜੇ ਆਉਣਗੇ ਆਪਣੇ ਸਾਰਿਆਂ ਤੋਂ ਫਸਟ 'ਤੇ ਸਤਿਕਾਰ, ਸੈਕਿੰਡ 'ਤੇ ਆਏਗਾ ਗੁੜਤੀ, ਥਰਡ 'ਤੇ ਜੰਗਲ, ਫੋਰਥ 'ਤੇ ਦਸਤਕਾਰ ਅਤੇ ਉਸ ਤੋਂ ਅੱਗੇ ਧਰਮ ਅਤੇ ਲਾਸਟ 'ਤੇ ਆਏਗਾ ਨਕੇਲ। ਉਸ ਤੋਂ ਅੱਗੇ ਜਿਹੜੇ ਨਾਮਵਾਚਕ, ਪ੍ਰਸ਼ਨਵਾਚਕ ਅਤੇ ਮਿਸ਼ਰਤ ਇਸ ਤਰ੍ਹਾਂ ਦੇ ਵਾਕ ਪੁੱਛੇ ਗਏ ਸੀ ਉਹ ਵੀ ਦੱਸਦੇ ਹਾਂ। ਸਾਰਿਆਂ ਤੋਂ ਪਹਿਲਾ ਹੈਗਾ ਸੀਗਾ ਨਾਮਵਾਚਕ ਵਿੱਚ ਬਦਲਣਾ, ਇਸ ਦਾ ਹੈਗਾ ਮਿਹਨਤ ਵਿਅਰਥ ਨਹੀਂ ਗਈ। ਸੈਕਿੰਡ ਹੈਗਾ ਕੀ ਤੁਸੀਂ ਆਪਣਾ ਨਾਮ ਦੱਸ ਸਕਦੇ ਹੋ ਪ੍ਰਸ਼ਨਵਾਚਕ। ਥਰਡ ਹੈਗਾ ਬਿਪਤਾ ਸਮੇਂ ਧੀਰਜ ਰੱਖੋ ਜਾਂ ਬਿਪਤਾ ਪੈਣ 'ਤੇ ਧੀਰਜ ਰੱਖੋ। ਫੋਰਥ ਹੈਗਾ ਉਹ ਨਸ਼ਿਆਂ ਵਿੱਚ ਪੈ ਗਿਆ ਅਤੇ ਕੰਗਾਲ ਹੋ ਗਿਆ। ਪੰਜਵਾਂ ਹੈਗਾ ਉਹ ਤੁਹਾਡੇ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਬਿਮਾਰ ਹੈ। ਛੇਵਾਂ ਹੈਗਾ ਕਾਸ਼ ਮੈਂ ਡਾਕਟਰ ਹੁੰਦਾ। ਉਸ ਤੋਂ ਬਾਅਦ ਪ੍ਰਸ਼ਨ 8 ਹੈਗਾ ਹੇਠ ਲਿਖੇ ਜਾਂ ਅਖੌਤਾਂ ਵਿੱਚੋਂ ਕਿਸੇ 2 ਨੂੰ ਵਾਕਾਂ ਵਿੱਚ ਵਰਤੋ ਜਾਂ ਉਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ। ਇਹ ਵੀ ਆਪਾਂ ਦੱਸਦੇ ਹਾਂ। ਉਸ ਤੋਂ ਅੱਗੇ 9ਵਾਂ ਹੈਗਾ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ। ਟੁਕੜੀ ਜੱਗ ਤੋਂ ਨਿਆਰੀ, ਪੁਰਾਣੇ ਪੰਜਾਬ ਨੂੰ ਆਵਾਜ਼ਾਂ। 10ਵਾਂ ਹੈਗਾ ਕਿਸੇ ਇੱਕ ਕਹਾਣੀ ਦਾ ਸਾਰ ਲਿਖੋ। ਨੀਲੀ ਤੇ ਸਾਂਝੀ। ਆਪਣੀ ਸਾਰਿਆਂ ਤੋਂ ਪਹਿਲੀ ਅਖੌਤ ਹੈਗੀ ਹੈ ਅੱਗੇ ਸੱਪ ਤੇ ਪਿੱਛੇ ਸੀ। ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਆਦਮੀ ਮੁਸ਼ਕਿਲ ਜਾਂ ਡਰ ਕਾਰਨ ਨਾ ਅੱਗੇ ਜਾ ਸਕੇ ਅਤੇ ਨਾ ਪਿੱਛੇ ਮੁੜ ਸਕੇ। ਜਿਹੜੇ ਲੋਕ ਕਰਜ਼ੇ ਚੁੱਕ ਕੇ ਏਜੰਟਾਂ ਦੇ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਜਾਂਦੇ ਹਨ, ਉਹਨਾਂ ਦੀ ਹਾਲਤ ਅੱਗੇ ਸੱਪ ਤੇ ਪਿੱਛੇ ਸੀ ਵਾਲੀ ਹੁੰਦੀ ਹੈ। ਉਹ ਨਾ ਤਾਂ ਕਰਜ਼ੇ ਦੇ ਡਰ ਕਾਰਨ ਪਿੱਛੇ ਮੁੜਨ ਜੋਗੇ ਹੁੰਦੇ ਹਨ ਅਤੇ ਨਾ ਵਿਦੇਸ਼ਾਂ ਵਿੱਚ ਪੁਲਿਸ ਦੇ ਡਰ ਕਾਰਨ ਚੈਨ ਨਾਲ ਕਿਤੇ ਰਹਿਣ ਅਤੇ ਰੋਜੀ ਕਮਾਉਣ ਜੋਗੇ।
ਉਸ ਤੋਂ ਅੱਗੇ ਸੈਕਿੰਡ ਹੈਗਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ। ਕੋਈ ਆਪਣੀ ਹੀ ਵਡਿਆਈ ਕਰੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ। ਆਖੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ। ਗੁਣ ਸੋਈ ਜਿਸ ਨੂੰ ਦੂਸਰੇ ਲੋਕ ਸਲਾਹਣ ਆਪਣੇ ਮੂੰਹ ਤਾਂ ਹਰ ਕੋਈ ਮੀਆਂ ਮਿੱਠੂ ਬਣ ਜਾਂਦਾ ਹੈ। ਉਸ ਤੋਂ ਅੱਗੇ ਹੈਗਾ ਸੀ ਆਪਣਾ ਥਰਡ ਇੱਕ ਚੁੱਪ ਤੇ 100 ਸੁੱਖ। ਬਹਿਸ ਜਾਂ ਝਗੜੇ ਵਿੱਚ ਪੈਣ ਨਾਲੋਂ ਚੁੱਪ ਰਹਿਣ ਦੇ ਫਾਇਦੇ ਦੱਸਣ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਨਵੀਂ ਵਿਆਹੀ ਮੇਰੀ ਧੀ ਨੇ ਆਪਣੇ ਸਹੁਰੇ ਘਰ ਦੇ ਪਰਿਵਾਰਕ ਜੀਆਂ ਵਿੱਚ ਹੁੰਦੇ ਹਰ ਰੋਜ਼ ਦੇ ਬੋਲ ਬੁਲਾਰੇ ਬਾਰੇ ਗੱਲ ਕੀਤੀ ਤਾਂ ਮੈਂ ਉਸ ਨੂੰ ਕਿਹਾ ਕਿ ਉਹ ਉਹਨਾਂ ਦੀ ਕਿਸੇ ਗੱਲ ਵਿੱਚ ਦਖਲ ਨਾ ਦੇਵੇ। ਉਸ ਦੀ ਗੱਲ ਕਿਸੇ ਨੂੰ ਚੰਗੀ ਲੱਗੇਗੀ ਤੇ ਕਿਸੇ ਨੂੰ ਨਹੀਂ। ਇਸ ਕਰਕੇ ਕਿਸੇ ਬਹਿਸ ਜਾਂ ਝਗੜੇ ਵਿੱਚ ਪੈਣ ਨਾਲੋਂ ਚੁੱਪ ਹੀ ਭਲੀ ਹੈ। ਸਿਆਣੇ ਕਹਿੰਦੇ ਹਨ ਇੱਕ ਚੁੱਪ ਤੇ 100 ਸੁੱਖ। ਉਸ ਤੋਂ ਅੱਗੇ ਹੈਗਾ ਆਪਣਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਸ ਦਾ ਹੈਗਾ ਸੱਚਾਈ ਦੇ ਰਾਹ ਉੱਤੇ ਤੁਰਨ ਵਾਲੇ ਦੁਨੀਆ ਵਿੱਚ ਵਡਿਆਈ ਪ੍ਰਾਪਤ ਕਰਦੇ ਹਨ। ਲੋਕ ਭਲਾਈ ਦੇ ਕੰਮ ਕਰਨ ਵਾਲੇ ਬੰਦੇ ਲੋਕਾਂ ਦੀ ਪ੍ਰਸ਼ੰਸਾ ਦੇ ਪਾਤਰ ਬਣਦੇ ਹਨ। ਠੀਕ ਹੀ ਕਿਹਾ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤਾਂ ਉਸ ਤੋਂ ਬਾਅਦ ਆ ਜਾਂਦੇ ਨੇ ਆਪਣੇ ਕੇਂਦਰੀ ਭਾਵ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਦਾ ਕੇਂਦਰੀ ਭਾਵ ਲਿਖੋ। ਆਨਸਰ ਹੈਗਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ। ਇਹ ਇੱਕ ਰੋਮਾਂਟਿਕ ਕਵਿਤਾ ਹੈ ਜਿਸ ਵਿੱਚ ਕਵੀ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਲਈ ਆਪਣੇ ਮੋਹ ਤੇ ਉਦਰੇਵੇਂ ਨੂੰ ਬਿਆਨ ਕੀਤਾ ਹੈ। ਇਸ ਦਾ ਕੇਂਦਰੀ ਭਾਵ ਅੱਗੇ ਲਿਖੇ ਅਨੁਸਾਰ ਹੈ। ਵਰਤਮਾਨ ਪੰਜਾਬੀ ਜੀਵਨ ਵਿੱਚ ਪੁਰਾਤਨ ਪੰਜਾਬੀ ਜੀਵਨ ਵਾਲਾ ਰਸ ਖੁੱਲ੍ਹਾ ਖੁਸ਼ੀਆਂ ਮਿੱਠਤ ਸਰਲਤਾ ਸਾਦਗੀ ਤੇ ਰੰਗੀਨੀਆਂ ਉੱਡ ਗਈਆਂ ਹਨ ਤੇ ਇਸ ਦੀ ਥਾਂ ਬੇਰਸੀ ਬੇਸੁਆਦੀ ਫਿੱਕਾਪਣ ਤੇ ਪੈਸੇ ਦਾ ਪ੍ਰੇਮ ਪ੍ਰਧਾਨ ਹੋ ਗਿਆ ਹੈ। ਅੱਜ ਕੱਲ੍ਹ ਇਸ ਵਿੱਚੋਂ ਪੁਰਾਣੇ ਵਹਿਮ ਮੁੱਕ ਚੁੱਕੇ ਹਨ ਪਰ ਅਸੀਂ ਕੁਝ ਨਹੀਂ ਖੱਟਿਆ, ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਗਵਾ ਲਈਆਂ ਹਨ। ਤੇ ਦੂਜੀ ਕਵਿਤਾ ਹੈਗੀ ਆਪਣੀ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦਾ ਕੇਂਦਰੀ ਭਾਵ। ਉੱਤਰ ਹੈਗਾ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਬੜੇ ਰਹੱਸਮਈ ਢੰਗ ਨਾਲ ਬਿਆਨ ਕੀਤਾ ਹੈ। ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ। ਕਸ਼ਮੀਰ ਦੀ ਧਰਤੀ ਦੁਨੀਆ ਭਰ ਵਿੱਚ ਨਿਆਰੀ ਧਰਤੀ ਹੈ। ਇਸ ਦਾ ਨਿਰਮਾਣ ਕੁਦਰਤ ਦੇਵੀ ਨੇ ਆਪ ਕੀਤਾ ਹੈ ਜਿਸ ਕਰਕੇ ਇਸ ਵਿੱਚ ਅਸਮਾਨੀ ਸੁੰਦਰਤਾ ਝਲਕਦੀ ਹੈ। ਇਸ ਵਿੱਚੋਂ ਅਰਸ਼ੀ ਰਮਜ਼ਾਂ ਝਲਕਦੀਆਂ ਪ੍ਰਤੀਤ ਹੁੰਦੀਆਂ ਹਨ। ਤਾਂ ਹਾਂਜੀ, ਉਸ ਤੋਂ ਅੱਗੇ ਆਪਣਾ ਹੈਗਾ ਸਾਂਝ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ ਹੈਗਾ ਸਾਂਝ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦੀ ਰਚਨਾ ਹੈ। ਇਸ ਵਿੱਚ ਕਹਾਣੀਕਾਰ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਹਮਦਰਦੀ ਦੇ ਭਾਵ ਇੱਕ ਦੂਜੇ ਵਿੱਚ ਸਾਂਝ ਪੈਦਾ ਕਰ ਦਿੰਦੇ ਹਨ ਤੇ ਇੱਕ ਦੂਜੇ ਨੂੰ ਮਨੁੱਖ ਦੇ ਰੂਪ ਵਿੱਚ ਪਛਾਣਦੇ ਹਾਂ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ MLA ਮਲਹੋਤਰਾ ਕੁਝ ਸੋਚਦਿਆਂ ਕਾਲਜ ਵਿੱਚੋਂ ਨਿਕਲਿਆ ਤੇ ਪੱਕੀ ਸੜਕ ਤੱਕ ਕੁਝ ਰਸਤਾ ਕੱਚਾ ਰੋੜਿਆ ਭਰਿਆ ਤੇ ਉੱਚਾ ਨੀਵਾਂ ਹੋਣ ਕਰਕੇ ਉਸ ਨੂੰ ਸਾਈਕਲ ਚਲਾਉਣ ਵਿੱਚ ਕਾਫੀ ਜ਼ੋਰ ਲਾਉਣਾ ਪਿਆ ਤੇ ਅੰਤ ਉਹ ਪੱਕੀ ਸੜਕ ਉੱਤੇ ਜਾ ਚੜ੍ਹਿਆ। ਚੜ੍ਹਦੇ ਜੇਠ ਦੀ ਦੁਪਹਿਰ ਭਾਵੇਂ ਬੀਤ ਚੁੱਕੀ ਸੀ ਪਰ ਗਰਮੀ ਆਪਣਾ ਜੋਬਨ ਦਿਖਾ ਰਹੀ ਸੀ। ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੇ ਬਾਹਰ ਇੱਕ ਤਰੇਕ ਹੇਠਾਂ ਕੁਝ ਸਵਾਰੀਆਂ ਬੱਸ ਉਡੀਕ ਰਹੀਆਂ ਸਨ ਤੇ ਕੁਝ ਸੜਕ ਉੱਤੇ ਬਣੇ ਬੱਸ ਸਟੈਂਡ ਵਿੱਚ ਖੜ੍ਹੀਆਂ ਸਨ। ਅੱਗੇ ਸੜਕ ਢਲਵਾਨ ਵਾਲੀ ਸੀ ਜਿਸ ਨੂੰ ਤੇਜ਼ੀ ਨਾਲ ਪਾਰ ਕਰਨ ਮਗਰੋਂ ਪੱਧਰੀ ਸੜਕ ਉੱਤੇ ਜਾਂਦਿਆਂ ਪ੍ਰੋਫੈਸਰ ਨੇ ਰੇਲਵੇ ਦਾ ਫਾਟਕ ਪਾਰ ਕੀਤਾ ਤੇ ਅੱਗੇ ਚੱਲ ਪਿਆ। ਗਰਮੀ ਕਾਰਨ ਸੜਕ ਦੀ ਲੁੱਕ ਪਿਘਲੀ ਹੋਈ ਸੀ ਤੇ ਪ੍ਰੋਫੈਸਰ ਪਸੀਨੋ ਪਸੀਨਾ ਹੋ ਚੁੱਕਾ ਸੀ। ਇੰਨੇ ਨੂੰ ਇੱਕ ਲਾਲ ਚੀਰੇ ਵਾਲਾ ਨੌਜਵਾਨ ਖੜਖੜ ਕਰਦੇ ਸਾਈਕਲ ਉੱਤੇ ਉਸ ਦੇ ਕੋਲੋਂ ਲੰਘਿਆ। ਪ੍ਰੋਫੈਸਰ ਸੋਚ ਰਿਹਾ ਸੀ ਕੀ ਪਤਾ ਨਹੀਂ ਉਸ ਕਿਸਾਨ-ਨੁਮਾ ਸਾਈਕਲ ਸਵਾਰ ਨੂੰ ਕੀ ਭਾਜੜ ਪਈ ਹੋਈ ਹੈ। ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਸਾਈਕਲ ਤੇਜ਼ ਕਰਕੇ ਉਸ ਤੋਂ ਅੱਗੇ ਲੰਘ ਜਾਵੇ ਪਰ ਪਿੱਛੋਂ ਉਸਨੇ ਇਹ ਖਿਆਲ ਛੱਡ ਦਿੱਤਾ। ਉਸਨੂੰ ਇੱਕ ਭਾਰਤੀ ਲੀਡਰ ਦਾ ਇਹ ਕਥਨ ਯਾਦ ਆ ਰਿਹਾ ਸੀ ਕਿ ਅੱਜ ਜਦੋਂ ਦੂਜੇ ਦੇਸ਼ਾਂ ਵਿੱਚ ਸਪੂਤਨਿਕਾ ਹਵਾਈ ਜਹਾਜ਼ਾਂ ਤੇ ਕਾਰਾਂ ਦਾ ਯੁੱਗ ਆ ਗਿਆ ਹੈ, ਉੱਥੇ ਭਾਰਤ ਅਜੇ ਸਾਈਕਲ ਯੁੱਗ ਤੱਕ ਹੀ ਪਹੁੰਚਾ ਹੈ। ਲੇਖਕ ਨੂੰ ਜਾਪਿਆ ਕਿ ਭਾਰਤ ਅਜੇ ਸਾਈਕਲ ਯੁੱਗ ਵਿੱਚ ਪਹੁੰਚਿਆ ਹੀ ਨਹੀਂ ਕਿਉਂਕਿ ਸਾਈਕਲ ਵੀ ਇੱਥੋਂ ਕੁਝ ਕੁ ਲੋਕਾਂ ਕੋਲ ਹੀ ਹਨ। ਇਸ ਕਰਕੇ ਉਸਨੂੰ ਇਹ ਕਹਿਣਾ ਗਲਤ ਜਾਪਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ। ਇਸ ਤੋਂ ਉਸਨੂੰ ਆਪਣੀ ਗਰੀਬੀ ਦਾ ਵੀ ਅਹਿਸਾਸ ਹੋਇਆ ਜੋ ਕਿ ਉਸਦੇ ਚਿੱਟੇ ਕੱਪੜਿਆਂ ਵਿੱਚ ਲੁਕੀ ਹੋਈ ਸੀ। ਇੰਨੇ ਨੂੰ ਇੱਕ ਬੱਸ ਧੂੜ ਉਡਾਉਂਦਿਆਂ ਉਸਦੇ ਕੋਲੋਂ ਲੰਘੀ ਤੇ ਉਸਨੂੰ ਆਪਣੇ ਮੋਹਰੇ ਇੱਕ ਤੀਵੀਂ ਤੁਰੀ ਜਾਂਦੀ ਸੀ। ਪ੍ਰੋਫੈਸਰ ਨੂੰ ਜਾਪਿਆ ਕਿ ਉਸ ਤੀਵੀਂ
ਨੇ ਕਿਸਾਨ ਸਾਈਕਲ ਸਵਾਰ ਨੂੰ ਕੁਝ ਕਿਹਾ ਸੀ, ਪਰ ਉਸਨੇ ਉਸ ਵੱਲ ਦੇਖਣ ਮਗਰੋਂ ਸਾਈਕਲ ਅੱਗੇ ਲੰਘਾ ਲਿਆ ਸੀ। ਜਦੋਂ ਪ੍ਰੋਫੈਸਰ ਉਸ ਤੀਵੀਂ ਕੋਲ ਪੁੱਜਾ ਤਾਂ ਉਸਨੇ ਉਸਨੂੰ ਆਪਣੇ ਨਾਲ ਲਿਜਾਣ ਦੀ ਬੇਨਤੀ ਕੀਤੀ, ਪਰ ਉਹ ਵੀ ਉਸ ਵੱਲ ਇੱਕ ਨਜ਼ਰ ਦੇਖ ਕੇ ਅੱਗੇ ਲੰਘ ਗਿਆ। ਅੱਧ ਫਰਲਾਂਗ ਉੱਤੇ ਜਾ ਕੇ ਉਸਦਾ ਸਾਈਕਲ ਰੁਕ ਗਿਆ। ਉਸਨੂੰ ਲਾਲ ਚੀਰੇ ਵਾਲਾ ਸਾਈਕਲ ਸਵਾਰ ਪੱਥਰ ਦਿਲ ਜਾਪਿਆ। ਉਸਨੂੰ ਆਪਣਾ ਆਪ ਵੀ ਚੰਗਾ ਨਾ ਲੱਗਾ, ਜਿਹੜਾ ਇੱਕ ਮੁਹਤਾਜ ਦੀ ਮਦਦ ਕਰਨ ਦੀ ਥਾਂ ਅੱਗੇ ਲੰਘ ਆਇਆ ਸੀ। ਉਹ ਮੁੜ ਕੇ ਮਾਈ ਦੇ ਕੋਲ ਗਿਆ ਅਤੇ ਪੁੱਛਣ 'ਤੇ ਪਤਾ ਲੱਗਾ ਕਿ ਮਾਈ ਨੇ ਬਾਗਾਂ ਵਾਲੇ ਕੋਲ ਸਹੇੜੇ ਜਾਣਾ ਹੈ। ਪ੍ਰੋਫੈਸਰ ਨੇ ਸਮਝਾਇਆ ਸੀ ਕਿ ਮਾਈ ਨੇ ਉਸ ਸ਼ਹਿਰ ਜਾਣਾ ਹੈ ਜਿਹੜਾ ਉੱਥੋਂ ਮੀਲ ਕੁ ਦੀ ਵਿੱਥ 'ਤੇ ਸੀ, ਪਰੰਤੂ ਬਾਗਾਂ ਵਾਲਾ ਤਾਂ ਉੱਥੋਂ 9 ਮੀਲ ਸੀ। ਮਾਈ ਬਹੁਤ ਬੁੱਢੀ ਤੇ ਕਮਜ਼ੋਰ ਸੀ, ਉਸਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ। ਉਹ ਨੰਗੇ ਪੈਰੀ ਪਤਾ ਨਹੀਂ ਉਸ ਸੜਦੀ ਧੂੜ ਵਿੱਚ ਕਿਵੇਂ ਖੜੀ ਸੀ। ਉਸਦੀ ਸੱਥਣ ਗੰਦੀ ਤੇ ਉਸਨੂੰ 100 ਟਾਕੀਆਂ ਲੱਗੀਆਂ ਹੋਈਆਂ ਸਨ ਤੇ ਉਸਦਾ ਕੁੜਤਾ ਵੀ ਮੈਲ ਨਾਲ ਭਰਿਆ ਹੋਇਆ ਸੀ। ਉਸਦੇ ਸਿਰ ਉੱਤੇ ਤੰਦੋ ਤੰਦ ਹੋਈ ਚੁੰਨੀ ਸੀ। ਉਸਦੇ ਸਰੀਰ ਉੱਤੇ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਦਿਲ ਮਿਚਕ ਗਿਆ। ਪ੍ਰੋਫੈਸਰ ਨੇ ਉਸਨੂੰ ਕਿਹਾ ਕਿ ਉਸਨੇ ਤਾਂ ਸਿਰਫ ਅਗਲੇ ਸ਼ਹਿਰ ਜਾਣਾ ਹੈ, ਜੋ ਕਿ ਉੱਥੋਂ ਕੇਵਲ 1 ਮੀਲ ਹੈ। ਉਸਨੇ ਸੋਚਿਆ ਸੀ ਕਿ ਉਹ ਆਪੇ ਨਾ ਕਰ ਦੇਵੇਗੀ, ਪਰ ਉਹ ਬੋਲੀ ਕਿ ਉਹ ਉਸਨੂੰ ਉੱਥੇ ਤੱਕ ਹੀ ਲੈ ਚੱਲੇ। ਪ੍ਰੋਫੈਸਰ ਨੇ ਆਪਣੇ ਆਪ ਨੂੰ ਫਸਿਆ ਅਨੁਭਵ ਕੀਤਾ। ਬੁੱਢੀ ਆਪੇ ਸਾਈਕਲ ਉੱਤੇ ਚੜ੍ਹ ਵੀ ਨਹੀਂ ਸੀ ਸਕਦੀ। ਪ੍ਰੋਫੈਸਰ ਨੇ ਕਚੀਚੀ ਵੱਟ ਕੇ ਉਸ ਦੇ ਗੰਦੇ ਤੇ ਪਾਟੇ ਹੋਏ ਖੇਸ ਵਾਲਾ ਗੰਦਾ ਥੈਲਾ ਸਾਈਕਲ ਦੇ ਮੋਹਰੇ ਟੰਗਿਆ ਤੇ ਉਸਨੂੰ ਆਪਣੀ ਬਾਂਹ ਦਾ ਸਹਾਰਾ ਦੇ ਕੇ ਕੈਰੀਅਰ 'ਤੇ ਬਿਠਾਇਆ। ਲੇਖਕ ਨੂੰ ਪਤਾ ਲੱਗਾ ਕਿ ਬੁੱਢੀ ਦਾ ਕੋਈ ਅੰਗ ਸਾਕ ਨਹੀਂ ਸੀ। ਉਸ ਪਿੰਡ ਵਿੱਚ ਇੱਕ ਝੁੱਗੀ ਤੋਂ ਸਿਵਾਏ ਉਸਦਾ ਕੁਝ ਵੀ ਨਹੀਂ ਸੀ ਤੇ ਉਹ ਜੇਠ ਦੀ ਸੰਗਰਾਂਦ ਉੱਤੇ 13-14 ਮੀਲ ਤੁਰ ਕੇ ਗੁਰਦੁਆਰੇ ਆਈ ਸੀ। ਜੇਕਰ ਉਸਨੂੰ ਆਂਢ ਗੁਆਂਢ ਦੇ ਦਿੰਦੇ ਸਨ ਤਾਂ ਉਹ ਖਾ ਲੈਂਦੀ ਸੀ, ਪਰ ਮੰਗਣ ਨਹੀਂ ਸੀ ਜਾਂਦੀ। ਪ੍ਰੋਫੈਸਰ ਆਪਣੇ ਘਰ ਦੀ ਗਰੀਬੀ ਕਾਰਨ ਉਸਨੂੰ ਆਪਣੇ ਘਰ ਲਿਜਾਣ ਜੋਗਾ ਨਹੀਂ ਸੀ। ਉਹ ਉਸਨੂੰ ਕਿਰਾਇਆ ਦੇ ਕੇ ਬੱਸ ਵਿੱਚ ਬਿਠਾਉਣ ਜੋਗਾ ਵੀ ਨਹੀਂ ਸੀ, ਕਿਉਂਕਿ ਅੰਗਰੇਜ਼ੀ ਮਹੀਨਾ ਆਪਣੇ ਅੰਤ ਵੱਲ ਵੱਧ ਰਿਹਾ ਸੀ। ਉਸਦੀ ਜੇਬ ਵਿੱਚ ਮਸਾਂ 30 ਪੈਸੇ ਸਨ, ਜੋ ਕਿਰਾਏ ਲਈ ਕਾਫੀ ਨਹੀਂ ਸਨ। ਉਸਨੂੰ ਯਾਦ ਆਇਆ ਕਿ ਉਸਦਾ ਬੱਚਾ ਰਸ ਲੈ ਕੇ ਖਾਣੇ ਚਾਹੁੰਦਾ ਹੈ ਤੇ ਜੇਕਰ ਉਹ ਆਪਣੇ ਬੱਚੇ ਦੀ ਇਹ ਇੱਛਾ ਵੀ ਪੂਰੀ ਨਹੀਂ ਕਰ ਸਕਦਾ ਤਾਂ ਗੱਲ ਕੀ ਹੋਈ। ਉਹ ਸੋਚ ਰਿਹਾ ਸੀ ਕਿ ਜੇਕਰ ਉਹ ਬੁੱਢੀ ਵਰਗਿਆਂ ਦੀ ਕੋਈ ਵੀ ਮਦਦ ਨਾ ਕਰੇ ਤਾਂ ਫਿਰ ਉਹ ਮੰਗਤੇ ਹੀ ਬਣਨਗੇ। ਉਸਨੇ ਕਿਸ ਤੋਂ ਪੈਸੇ ਮੰਗ ਕੇ ਮਾਈ ਨੂੰ ਬਾਗਾਂ ਵਾਲੇ ਦੀ ਟਿਕਟ ਲੈ ਕੇ ਦੇਣ ਬਾਰੇ ਸੋਚਿਆ, ਪਰ ਉਸਨੂੰ ਇਹ ਗੱਲ ਆਪਣੇ ਸਵੈਮਾਨ ਦੇ ਵਿਰੁੱਧ ਜਾਪੀ। ਉਹ ਮਾਈ ਨੂੰ ਬਾਗਾਂ ਵਾਲੇ ਤੱਕ ਆਪਣੇ ਸਾਈਕਲ ਉੱਤੇ ਛੱਡ ਕੇ ਆਉਣ ਦਾ ਫੈਸਲਾ ਨਾ ਲੈ ਸਕਿਆ, ਕਿਉਂਕਿ ਇੱਕ ਤਾਂ ਉਹ ਬੁਢਾਪੇ ਵਿੱਚ ਸੀ ਤੇ ਦੂਸਰਾ ਉਹ ਭੁੱਖਾ ਸੀ। ਫਿਰ ਥੱਕ ਕੇ ਉਸਨੇ ਪੜ੍ਹਾਉਣ ਲਈ ਤਿਆਰੀ ਨਹੀਂ ਸੀ ਕਰ ਸਕਣੀ। ਸ਼ਹਿਰ ਦੇ ਮੋੜ 'ਤੇ ਆ ਕੇ ਪ੍ਰੋਫੈਸਰ ਨੇ ਮਾਈ ਨੂੰ ਉਤਾਰਿਆ ਤੇ ਉਸਨੂੰ ਉਸਦਾ ਥੈਲਾ ਫੜਾ ਦਿੱਤਾ। ਇੰਨੇ ਨੂੰ ਬਾਗਾਂ ਵਾਲੇ ਦੀ ਬੱਸ ਆਈ ਤੇ ਚਲੀ ਗਈ। ਪ੍ਰੋਫੈਸਰ ਮਾਈ ਦੀ ਪੈਸਿਆਂ ਨਾਲ ਸਹਾਇਤਾ ਨਾ ਕਰ ਸਕਿਆ। ਜਦੋਂ ਉਹ ਤੁਰਨ ਲੱਗਾ ਤਾਂ ਲਾਲ ਚੀਰੇ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੁੜ ਰਿਹਾ ਸੀ। ਉਸਨੇ ਮਾਈ ਨੂੰ ਕਿਹਾ ਕਿ ਉਸਦਾ ਕੰਮ ਛੇਤੀ ਹੀ ਮੁੱਕ ਗਿਆ ਹੈ, ਉਹ ਉਸਦੇ ਸਾਈਕਲ ਉੱਤੇ ਬੈਠ ਜਾਵੇ। ਉਸਨੇ ਤਾਂ ਬਾਗਾਂ ਵਾਲੇ ਜਾਣਾ ਹੈ, ਪਰ ਉਹ ਉਸਨੂੰ ਅਗਾਂਹ ਸਹੇੜੇ ਹੀ ਛੱਡ ਆਵੇਗਾ। ਪ੍ਰੋਫੈਸਰ ਨੇ ਆਪਣਾ ਸਾਈਕਲ ਖੜ੍ਹਾ ਕਰਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਸਾਈਕਲ ਉੱਤੇ ਚੜ੍ਹਾਇਆ ਤੇ ਉਸਦਾ ਥੈਲਾ ਉਸਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ। ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਜਿਸ ਨੂੰ ਉਹ ਓਪਰਾ ਸਮਝਦਾ ਹੋਵੇ, ਉਹ ਆਪਣਾ ਹੀ ਨਿਕਲ ਆਇਆ ਹੋਵੇ। ਉਹ ਮੂੰਹੋਂ ਕੁਝ ਨਾ ਬੋਲਿਆ, ਅੱਖਾਂ ਹੀ ਅੱਖਾਂ ਨਾਲ ਉਸਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਤੇ ਇਸ ਸਾਂਝ ਨਾਲ ਪ੍ਰੋਫੈਸਰ ਨੇ ਮਹਿਸੂਸ ਕੀਤਾ ਜਿਵੇਂ ਉਸਨੇ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੈ। ਤਾਂ ਜੀ ਦੋਸਤੋ, ਧੰਨਵਾਦ। ਅੱਜ ਦੀ ਵੀਡੀਓ 'ਚ ਇੰਨਾ ਹੀ। ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ।